ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ ਤੇ ਅੱਜ ਗੱਲਬਾਤ ਕਰਾਂਗੇ ਪੈਟਰੋਲ ਡੀਜ਼ਲ ਦੀਆਂ ਬੇਲਗਾਮ ਹੁੰਦੀਆਂ ਕੀਮਤਾਂ ਦੇ ਬਾਰੇ। ਇੱਕ ਪਾਸੇ ਕਰੋਨਾ ਦਾ ਇਹ ਦੌਰ ਹੈ, ਬਹੁਤ ਵੱਡੇ ਪੱਧਰ ਤੇ ਲੋਕਾਂ ਦੀ ਆਰਥਿਕਤਾ ਹਿੱਟ ਹੋਈ ਹੈ, ਤਾਂ ਦੂਜੇ ਪਾਸੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਸ ਹਿਸਾਬ ਦੇ ਨਾਲ ਵੱਧ ਰਹੀਆਂ ਨੇ ਤਾਂ ਲੋਕੀ ਤਰਾਹ ਕਰ ਰਹੇ ਨੇ, ਕਿਉਂਕਿ ਸਿੱਧੇ ਤੌਰ ਤੇ ਪੈਟਰੋਲ ਡੀਜ਼ਲ ਦੀਆਂ ਜਦੋਂ ਵੀ ਕੀਮਤਾਂ ਵੱਧਦੀਆਂ ਨੇ ਤਾਂ ਇਨਫਲੇਸ਼ਨ ਵੱਧਦੀ ਹੈ, ਮਹਿੰਗਾਈ ਵੱਧਦੀ ਹੈ। ਔਰ ਇਸੇ ਉੱਤੇ ਗੱਲਬਾਤ ਕਰਾਂਗੇ। ਪੂਰਾ ਪੈਨਲ ਮੌਜੂਦ ਰਹੇਗਾ ਔਰ ਸਾਡੇ ਨਾਲ ਤੁਹਾਡਾ ਤਾਰੁਫ ਕਰਾ ਦਈਏ। ਪਹਿਲਾਂ ਸਾਡੇ ਨਾਲ ਵਿਨੋਦ ਭਾਰਤੀ ਜੀ ਮੌਜੂਦ ਰਹਿਣਗੇ, ਕਾਂਗਰਸ ਦੇ ਵੱਲੋਂ, ਕਾਂਗਰਸ ਦੇ ਆਗੂ ਨੇ, ਉਹਨਾਂ ਦੇ ਵੱਲੋਂ ਉਹਨਾਂ ਦਾ ਪੱਖ ਸੁਣਾਂਗੇ। ਇਸ ਤੋਂ ਇਲਾਵਾ ਸਾਡੇ ਨਾਲ ਵਿਦੇਸ਼ ਜਿੰਦਲ ਜੀ ਨੇ, ਇੰਡਸਟਰੀਅਲਿਸਟ ਨੇ, ਮੰਨੇ ਪ੍ਰਮੰਨੇ ਉਹ ਮੌਜੂਦ ਰਹਿਣਗੇ ਤੇ ਭਾਜਪਾ ਦੇ ਵੱਲੋਂ ਦਿਆਲ ਸਿੰਘ ਸੋਢੀ ਸਾਡੇ ਨਾਲ ਮੌਜੂਦ ਰਹਿਣਗੇ ਤੇ ਵਰਚੁਅਲ ਢੰਗ ਦੇ ਨਾਲ ਪੂਰਾ ਪੈਨਲ ਮੌਜੂਦ ਹੈ। ਸਾਰੇ ਪੈਨਲਿਸਟ ਦਾ ਧੰਨਵਾਦ ਕਰਦੇ ਹਾਂ ਤੇ ਸਾਡੇ ਨਾਲ ਜੁੜਨ ਦੇ ਲਈ ਸਵਾਗਤ ਹੈ ਜੀ। ਧੰਨਵਾਦ ਜੀ। ਪਹਿਲਾ ਸਵਾਲ ਸੋਢੀ ਜੀ ਤੋਂ ਹੀ ਲੈ ਲੈਂਦੇ ਆ। ਕੇਂਦਰ ਦੇ ਵਿੱਚ ਇਹਨਾਂ ਦੀ ਹੋਈ ਸਰਕਾਰ ਹੈ। ਸੋਢੀ ਸਾਹਿਬ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇਸ ਕਦਰ ਵੱਧ ਰਹੀਆਂ ਨੇ ਕਿ ਲੋਕੀ ਹੁਣ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਆ ਰਹੀਆਂ ਨੇ ਕਿ ਆਪੋ ਆਪਣੇ ਕਈ ਥਾਵਾਂ ਤੇ ਤਾਂ ਸਕੂਟਰਾਂ ਨੂੰ ਲੋਕਾਂ ਨੇ ਅੱਗ ਲਾਤੀ। ਦੇਖੋ ਬੇਦੀ ਸਾਹਿਬ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਡੀਜ਼ਲ ਤੇ ਪੈਟਰੋਲ ਦੇ ਰੇਟ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜਾ ਹੈਗਾ ਵਾਧਾ ਹੋ ਰਿਹਾ ਹੈ ਪੈਸਿਆਂ ਦਾ ਰੂਪ ਦੇ ਵਿੱਚ। ਲੇਕਿਨ ਜਿਹੜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਜਿਹੜਾ 70 ਪਰ ਬੈਰਲ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਉਹ ਤੇਲ ਦਾ ਰੇਟ ਕੱਚੇ ਦਾ ਜਿਹੜਾ ਚੱਲ ਰਿਹਾ ਹੈ। ਮੈਂ ਮੰਨਦਾ ਕਿ ਲੇਕਿਨ ਪਹਿਲਾਂ ਕੀ ਸੀ ਕਿ ਪਹਿਲਾਂ ਜਿਹੜਾ ਕੰਟਰੋਲ ਸੀ ਉਹ ਸਰਕਾਰਾਂ ਕੋਲੇ ਹੁੰਦਾ ਸੀ, 15 ਦਿਨਾਂ ਦੇ ਬਾਅਦ ਉਹਦੀ ਪੜਚੋਲ ਕੀਤੀ ਜਾਂਦੀ ਸੀ। ਲੇਕਿਨ ਹੁਣ ਹਰ ਰੋਜ਼ ਸਵੇਰ 6 ਵਜੇ ਜਿਹੜਾ ਹੈਗਾ ਤੇਲ ਦੇ ਰੇਟ ਦੇ ਵਿੱਚ ਜਿਹੜੀ ਵੀ ਹੈ ਵਾਧਾ ਹੁੰਦਾ ਜਾਂ ਘਾਟਾ ਹੁੰਦਾ ਉਹ ਸੋਧ ਕੀਤੀ ਜਾਂਦੀ ਹੈ। ਲੇਕਿਨ ਤੁਸੀਂ ਸੁਣਿਆ ਹੋਊਗਾ ਕਿ ਪਿਛਲੇ ਦਿਨੀ ਸਾਡੇ ਜਿਹੜੇ ਪੈਟਰੋਲੀਅਮ ਮੰਤਰੀ ਹੈ ਧਰਮਿੰਦਰ ਪ੍ਰਧਾਨ ਜੀ, ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਹੈ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇਲ ਦਾ ਰੇਟ ਵਧਣ ਕਰਕੇ ਜਿਹੜਾ ਰੇਟ ਹੈ ਉਹ ਜਿਹੜਾ ਹੈਗਾ ਵੱਧ ਰਿਹਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਇਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਐਕਸਾਈਜ਼ ਡਿਊਟੀ ਵੀ ਲੱਗਦੀ ਹੈ, ਵੈਟ ਵੀ ਲੱਗਦਾ ਹੈ, ਡੀਲਰ ਦਾ ਕਮਿਸ਼ਨ ਵੀ ਹੁੰਦਾ ਹੈ, ਤੇ ਇਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਜਿਹੜਾ ਰੇਟ ਹੈ। ਸੋਢੀ ਸਾਹਿਬ, ਤੁਸੀਂ ਇਹ ਚੀਜ਼ਾਂ ਦਾ ਹਵਾਲਾ ਦੇ ਕੇ ਮੈਨੂੰ ਲੱਗਦਾ ਕਿ ਪੱਲਾ ਤਾਂ ਨਹੀਂ ਝਾੜਿਆ ਜਾ ਸਕਦਾ। ਵਾਪਸ ਤੁਹਾਡੇ ਕੋਲ ਆਵਾਂਗੇ। ਭਾਰਤੀ ਜੀ ਦਾ ਵੀ ਕਮੈਂਟ ਲੈਂਦੇ ਆ। ਭਾਰਤੀ ਜੀ ਸੁਣ ਲਿਆ ਦਿਆਲ ਸਿੰਘ ਸੋਢੀ ਹੋਰੀ ਕਿਵੇਂ ਗੱਲ ਘੁਮਾ ਰਹੇ ਨੇ ਆਪਣੇ ਤਰ੍ਹਾਂ, ਪਰ ਲੋਕ ਤਾਂ ਤਰਾਹ ਕਰ ਰਹੇ ਨੇ, ਜਵਾਬ ਤਾਂ ਪੁੱਛਣਾ ਬਣਦਾ ਹੀ ਹੈ। ਤਾਂ ਤੁਸੀਂ ਕਿਵੇਂ ਦੇਖਦੇ ਹੋ? ਅੱਜ ਤੱਕ ਕਾਂਗਰਸ ਦੇ ਵੱਲੋਂ ਵੀ ਦੇਸ਼ ਭਰ ਦੇ ਵਿੱਚ ਸੰਕੇਤਕ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਗਗਨ ਜੀ, ਮੈਂ ਸਮਝਦਾ ਵੀ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਹਿੰਦੁਸਤਾਨ ਵਿੱਚ ਐਸੀ ਸਰਕਾਰ ਰਾਜ ਕਰ ਰਹੀ ਹੈ ਜਿਹੜੀ ਕਿਸੇ ਵੀ ਮੈਟਰ ਤੇ ਸੀਰੀਅਸ ਨਹੀਂ ਹੈਗੀ ਔਰ ਉਹ ਹਰ ਕੰਮ 'ਚ ਵਪਾਰ ਕਰਦੀ ਹੈ। ਸੋਢੀ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਲੀਪਾਪੋਤੀ ਕਰਨ ਦੀ। ਮੈਂ ਉਹਨਾਂ ਦੀ ਪ੍ਰਸ਼ੰਸਾ ਕਰੂੰਗਾ ਵੀ ਆਪਣੀ ਪਾਰਟੀ ਤੇ ਸਰਕਾਰ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ। ਉਹਨਾਂ ਨੇ $70 ਨੂੰ ਕਿਹਾ ਕਿ ਬਹੁਤ ਉੱਚਾ ਰੇਟ ਚਲਾ ਗਿਆ। ਸੋਢੀ ਸਾਹਿਬ, ਤੁਹਾਡੀ ਇਨਫੋਰਮੇਸ਼ਨ ਵਾਸਤੇ 2008 ਵਿੱਚ $145 ਹੋ ਗਿਆ ਸੀ ਰੇਟ ਬੈਰਲ ਦਾ। ਔਰ ਸਰਦਾਰ ਮਨਮੋਹਨ ਸਿੰਘ ਜੀ ਦੀ ਸਰਕਾਰ ਨੇ ₹45.50 ਤੋਂ ਉੱਪਰ ਰੇਟ ਨਹੀਂ ਹੋਣ ਦਿੱਤਾ ਪੈਟਰੋਲ ਦਾ, ਔਰ ਡੀਜ਼ਲ ਦਾ ਵੀ $31.76। ਇਸ ਤੋਂ ਉੱਤੇ ਤਾਂ ਨਹੀਂ ਹੋ ਗਏ। ਉਸ ਤੋਂ ਬਾਅਦ $113 2011 'ਚ ਹੋ ਗਿਆ ਸੀ, ਤਾਂ $58.50 ਰੇਟ ਸੀਗਾ ਪੈਟਰੋਲ ਦਾ ਔਰ $37.95 ਡੀਜ਼ਲ ਦਾ ਸੀ। ਔਰ ਤੁਸੀਂ $70 ਨਾਲ ਹੀ ਕਹਿ ਰਹੇ ਹੋ ਜੀ ਬੜਾ ਉੱਚਾ ਰੇਟ ਹੋ ਗਿਆ। ਐਕਚੁਅਲ 'ਚ ਸਰਕਾਰ ਵਪਾਰ ਕਰ ਰਹੀ ਹੈ। ਸਰਕਾਰ ਸਿਰਫ ਆਪਣੇ ਕੁਝ ਕਾਰਪੋਰੇਟ ਘਰਾਣਿਆਂ ਨੂੰ ਅਮੀਰ ਕਰਨਾ ਚਾਹੁੰਦੀ ਹੈ। ਉਹ ਅਡਾਨੀ ਸਾਹਿਬ ਜਿਹੜੇ 1988 ਵਿੱਚ 5 ਲੱਖ ਦੇ ਨਾਲ ਆਪਣਾ ਵਪਾਰ ਜਿਨ੍ਹਾਂ ਨੇ ਸ਼ੁਰੂ ਕੀਤਾ ਸੀਗਾ, ਅੱਜ ਉਹ 5,84,000 ਕਰੋੜ ਦੇ ਮਾਲਕ ਹੋ ਗਏ ਸਰਕਾਰ ਦੇ ਆਸ਼ੀਰਵਾਦ ਨਾਲ। ਜਦ ਤੱਕ ਸਰਕਾਰ ਆਪ ਵਪਾਰ ਕਰਾਉਣ ਤੋਂ ਨਹੀਂ ਹਟੇਗੀ, ਠੀਕ ਹੈ, ਸਰਕਾਰ ਦਾ ਕੰਟਰੋਲ ਬਿਲਕੁਲ ਸਿੱਧੇ ਤੌਰ ਤੇ ਲੋਕਾਂ ਦੇ ਨਾਲ ਜੁੜਿਆ ਹੋਇਆ ਮਸਲਾ। ਤੇ ਵਿਦੇਸ਼ ਜਿੰਦਲ ਜੀ ਵੀ ਮੌਜੂਦ ਨੇ, ਇੰਡਸਟਰੀਅਲਿਸਟ ਨੇ, ਤਾਂ ਵਪਾਰੀਆਂ ਦੀਆਂ ਵੀ ਸਮੱਸਿਆਵਾਂ ਸਮਝਦੇ ਨੇ, ਕਿਉਂਕਿ ਜਦੋਂ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਨੇ ਵਪਾਰ ਵੀ ਬਹੁਤ ਜ਼ਿਆਦਾ ਹਿੱਟ ਹੁੰਦਾ। ਹੁਣ ਤਾਂ ਵੈਸੇ ਪੈਂਡੇਮਿਕ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ, ਤਾਂ ਉੱਤੋਂ ਦੀ ਜਿਹੜੀ ਹੁਣ ਪੈਟਰੋਲ ਡੀਜ਼ਲ ਦੀ ਮਾਰ ਹੈ ਇਹ ਅਸਹਿ ਹੋ ਰਹੀ ਹੈ। ਜਿੰਦਲ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ? ਕਮੈਂਟ ਕੀ ਕਰਦੇ ਹੋ ਇਹਦੇ ਉੱਤੇ? ਗਗਨ ਜੀ, ਜਿਹੜਾ ਇਹ ਸਾਰਾ ਸਿਸਟਮ ਹੈ ਪੈਟਰੋਲੀਅਮ ਦਾ, ਇਹ ਇੱਕ ਪੂਰਾ ਦਾ ਪੂਰਾ ਸਰਕਾਰ ਵਾਸਤੇ ਇੱਕ ਵਪਾਰ ਬਣਦਾ ਜਾ ਰਿਹਾ। ਇਸ ਕਰਕੇ ਨਹੀਂ ਕਿ ਆਪਾਂ ਕਹਿੰਦੇ ਰੇਟ ਵਧੇ ਨੇ $70-72 ਦੇ ਆਸ-ਪਾਸ
ਪਰ ਬੈਰਲ ਦਾ ਰੇਟ ਹੈ ਇੰਟਰਨੈਸ਼ਨਲ ਮਾਰਕੀਟ 'ਚ, ਲੇਕਿਨ 2018 ਦੇ ਵਿੱਚ ਵੀ $78-80 ਦਾ ਜਿਹੜਾ ਰੇਟ ਸੀ ਉਹ ਸੀਗਾ। ਉਸ ਤੋਂ ਪਹਿਲਾਂ ਵੀ ਜਿਹੜੇ ਰੇਟ ਨੇ ਉਹ $80-90 ਤੱਕ ਪਰ ਬੈਰਲ ਗਏ ਨੇ। ਇਸ ਕਰਕੇ ਕਿ ਇੰਟਰਨੈਸ਼ਨਲ ਮਾਰਕੀਟ ਦਾ ਜਿਹੜਾ ਬਹਾਨਾ ਲਗਾ ਕੇ ਇੰਡੀਆ ਦੇ ਵਿੱਚ ਰੇਟ ਵਧਾ ਦੇਣੇ, ਇਹ ਇੱਕ ਬੜਾ ਆਸਾਨ ਜਿਹਾ ਇੱਕ ਪਹਿਲੂ ਹੋ ਗਿਆ, ਲੇਕਿਨ ਦੇਖਣ ਦੀ ਜ਼ਰੂਰਤ ਇਹ ਹੈ ਕਿ ਜੋ ਤੇਲ ਦੀਆਂ ਕੀਮਤਾਂ ਨੇ ਉਸ ਤੇ 3 ਗੁਣਾ ਜ਼ਿਆਦਾ ਜਿਹੜੇ ਨੇ ਉਹ ਇੱਥੇ ਟੈਕਸ ਲਏ ਜਾਂਦੇ ਨੇ, ਚਾਹੇ ਉਹ ਸੈਂਟਰ ਸਰਕਾਰ ਹੋਵੇ, ਚਾਹੇ ਉਹ ਸਟੇਟ ਦੀਆਂ ਸਰਕਾਰਾਂ ਹੋਣ। ਭਾਰਤੀ ਜੀ ਵੀ ਬੈਠੇ ਹੋਏ ਨੇ, ਸੋਢੀ ਸਾਹਿਬ ਵੀ ਨੇ, ਕਿ ਅਸੀਂ ਮੰਨਦੇ ਹਾਂ ਕਿ ਚਲੋ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ $2-4 ਦੀ ਕੀਮਤ ਜਿਹੜੀ ਹੈ ਵਧੀ ਹੈ, ਲੇਕਿਨ ਕੰਪਨਸੇਟ ਕਰਨ ਵਾਸਤੇ ਤੁਸੀਂ ਆਪਣੇ ਟੈਕਸ ਤਾਂ ਸਟੇਬਲ ਕਰ ਸਕਦੇ ਹੋ, ਕਿਉਂਕਿ ਜਿਹੜੀ ਚੀਜ਼ $10 ਦੀ ਸੀ, ਜੇ ਉਹਦੇ ਤੇ 50% ਟੈਕਸ ਲੱਗ ਗਿਆ ਤਾਂ ਤੁਹਾਡਾ ਵੀ ਤਾਂ $5 ਮੁਨਾਫਾ ਵੱਧ ਗਿਆ। ਇਸ ਕਰਕੇ ਇਹ ਜਿਹੜਾ ਸ਼ੋਰ ਮਚਾਣਾ ਪੰਜਾਬ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ, ਇਹ ਮੈਂ ਸਮਝਦਾ ਕਿ ਇੱਕ ਪੋਲੀਟੀਕਲ ਰੀਜ਼ਨਸ ਹੀ ਨੇ। ਅੱਜ 27% ਪੰਜਾਬ ਦੇ ਵਿੱਚ ਡੀਜ਼ਲ ਦੇ ਉੱਪਰ ਟੈਕਸ ਹੈ, ਪੈਟਰੋਲ ਦੇ ਉੱਪਰ ਟੈਕਸ ਹੈ, 16% ਦੇ ਆਸ-ਪਾਸ ਡੀਜ਼ਲ ਦੇ ਉੱਪਰ ਟੈਕਸ ਹੈ। ਕੇਂਦਰ ਸਰਕਾਰ ਦੀ ਜਿਹੜੀ ਐਕਸਾਈਜ਼ ਡਿਊਟੀ ਹੈ ਉਹ 40-42% ਦੀ ਐਕਸਾਈਜ਼ ਡਿਊਟੀ ਹੈ। ਮੰਨਿਆ ਕਿ $2-4 ਜਿਹੜੇ ਰੇਟ ਵੱਧ ਗਏ, ਤੁਸੀਂ ਆਪਣੇ ਟੈਕਸ ਨੀਵੇਂ ਕਰ ਲਓ, ਠੀਕ ਹੈ, ਜਾਂ ਇੱਕ ਟੈਕਸ ਜਿਹੜੇ ਨੇ ਉਹ ਰੇਸ਼ੋ ਦੀ ਬਜਾਏ ਜਾਂ ਇੱਕ ਰੇਟ ਦੀ ਬਜਾਏ ਉਹਨਾਂ ਨੂੰ ਫਿਕਸ ਚਲੋ ਕਰ ਠੀਕ ਲਓ ਹੈ ਕਿ ਕਿ 5 ਰੁਪਏ ਟੈਕਸ ਜੇ ਕੰਪਨਸੇਟ ਕਰਨਾ ਚਾਹੁੰਦੇ ਤਾਂ ਬਹੁਤ ਤਰੀਕੇ ਨੇ। ਠੀਕ ਹੈ ਜਿੰਦਲ ਸਾਹਿਬ, ਵਾਪਸ ਤੁਹਾਡੇ ਕੋਲ। ਹੁਣ ਇਹਦਾ ਗਗਨ ਜੀ ਜਿਹੜਾ ਇਹਦਾ ਅਸਰ ਪੈ ਰਿਹਾ ਇਸ ਟਾਈਮ, ਡੀਜ਼ਲ ਦੀ ਜਿਹੜੀ ਸਭ ਤੋਂ ਵੱਧ ਖਪਤ ਹੈ, ਉਹਦਾ ਸਭ ਤੋਂ ਵੱਧ ਨੁਕਸਾਨ ਸਾਡੇ ਪੰਜਾਬ ਨੂੰ ਕਿਉਂ ਹੋ ਰਿਹਾ? ਕਿਉਂਕਿ ਅਸੀਂ ਲੈਂਡ ਲੌਕਡ ਸਟੇਟ ਹੈ। ਸਾਡਾ ਲੋਹਾ ਜਿਹੜਾ ਹੈ ਉਹ ਈਸਟਰਨ ਰੀਜਨ ਤੋਂ ਆਣਾ, ਬਣਿਆ ਮਾਲ ਪੋਰਟਾਂ ਤੇ ਬੰਬੇ ਤੱਕ ਜਾਣਾ ਜਾਂ ਚੇਨਈ ਤੱਕ ਜਾਣਾ। ਇਸ ਕਰਕੇ ਸਾਡਾ ਜਿਹੜਾ ਸਾਰਾ ਵਪਾਰ ਹੈ ਉਹ ਟਰੱਕਾਂ ਤੇ ਡਿਪੈਂਡ ਕਰਦਾ ਹੈ, ਤੇ ਡੀਜ਼ਲ ਦੀ ਜਿਹੜੀ ਕੀਮਤ ਵਧਣ ਦਾ ਸਿੱਧਾ ਨੁਕਸਾਨ ਹੈ ਉਹ ਪੰਜਾਬ ਨੂੰ ਹੈ। ਜਿੰਨਾ ਡੀਜ਼ਲ ਵਧੇਗਾ ਤਾਂ ਠੀਕ ਹੈ, ਹੁਣ ਹੀ ਪੰਜਾਬ ਜਿਹੜਾ ਬਿਲਕੁਲ ਜਿੰਦਲ ਸਾਹਿਬ, ਵਾਪਸ ਤੁਹਾਡੇ ਤੋਂ ਇਹਦੇ ਉੱਤੇ ਵਿਸਥਾਰ ਦੇ ਵਿੱਚ ਗੱਲ ਪੂਰੀ ਕਰਾਂਗੇ। ਇੱਕ ਸੋਢੀ ਸਾਹਿਬ ਦਾ ਇੱਕ ਹੋਰ ਕਮੈਂਟ ਲਈ। ਸੋਢੀ ਸਾਹਿਬ, ਤੁਸੀਂ ਬੜੀਆਂ ਚੀਜ਼ਾਂ ਕਹੀਆਂ ਜਿਵੇਂ ਭਾਰਤੀ ਹੋਰਾਂ ਨੇ ਦੱਸਿਆ, ਹਾਲਾਂਕਿ ਸਵਾਲ ਉਹਨਾਂ ਤੇ ਵੀ ਬਣਦਾ, ਸਟੇਟ ਗਵਰਨਮੈਂਟ ਦੇ ਵੀ ਆਪਣੇ ਬਹੁਤ ਟੈਕਸ ਹੁੰਦੇ ਨੇ, ਤਾਂ ਕਈ ਚੀਜ਼ਾਂ ਛੱਡੀਆਂ ਜਾ ਸਕਦੀਆਂ ਨੇ ਜੇ ਕੰਪਨਸੇਟ ਹੀ ਕਰਨਾ ਹੋਵੇ। ਪਰ ਸੋਢੀ ਸਾਹਿਬ, ਇੱਕ ਪੱਖ ਇਹ ਵੀ ਹੈਗਾ, ਹੁਣ ਖੈਰ ਕਾਂਗਰਸ ਦੇ ਵੱਲੋਂ ਵੀ ਪ੍ਰਦਰਸ਼ਨ ਹੋ ਰਹੇ ਨੇ। ਜਦੋਂ ਮਨਮੋਹਨ ਸਿੰਘ ਸਰਕਾਰ ਸੀ, ਸਿਮਰਤੀ ਇਰਾਨੀ ਹੋਰਾਂ ਦੇ ਵੱਲੋਂ ਜਦੋਂ 70 ਦੇ ਨੇੜੇ ਵੀ ਨਹੀਂ ਪਹੁੰਚਿਆ ਸੀ ਤੇਲ, ਉਦੋਂ ਬਹੁਤ ਜ਼ਿਆਦਾ ਪ੍ਰਦਰਸ਼ਨ ਕੀਤੇ ਗਏ। ਤਾਂ ਹੁਣ ਜਿਹੜੀ ਭਾਜਪਾ ਹੈ ਬਿਲਕੁਲ ਚੁੱਪ ਹੈ। ਦੇਖੋ ਆਪਣਾ ਬੇਦੀ ਸਾਹਿਬ, ਇਸ ਤਰ੍ਹਾਂ ਗੱਲ ਹੈ ਕਿ ਸਾਡੇ ਕੋਲੇ ਪੁਰਾਣੀਆਂ ਰਸੀਦਾਂ ਵੀ ਪਈਆਂ ਨੇ। ਕਾਂਗਰਸ ਦੇ ਰਾਜ ਵੇਲੇ ਵੀ ਜਿਹੜਾ ਪੈਟਰੋਲ ਹੈ ਉਹ ਲਗਭਗ 85 ਰੁਪਏ ਤੋਂ ਉੱਪਰ ਵਿਕਿਆ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਦੂਜੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਜਿਵੇਂ ਜਿੰਦਲ ਸਾਹਿਬ ਨੇ ਗੱਲ ਕੀਤੀ ਹੈ ਪੰਜਾਬ ਦੀ, ਹੁਣ ਜਿਹੜੀ ਪੰਜਾਬ ਸਰਕਾਰ ਹੈ, ਪੰਜਾਬ ਦੇ ਵਿੱਚ ਪੈਟਰੋਲ ਦੇ ਉੱਪਰ 33.40 ਰੁਪਏ ਹੈ ਔਰ ਡੀਜ਼ਲ ਉੱਪਰ 19.77 ਰੁਪਏ ਹੈ। ਚੰਡੀਗੜ੍ਹ ਦੇ ਵਿੱਚ ਜਿਹੜਾ ਪੈਟਰੋਲ ਹੈ ਉਹਦੇ ਉੱਤੇ 22.45 ਰੁਪਏ ਟੈਕਸ ਹੈ ਔਰ ਜਿਹੜਾ ਡੀਜ਼ਲ ਹੈ ਉਹ ਤੇ 14.2 ਰੁਪਏ ਹੈ। ਹਰਿਆਣੇ ਦੇ ਵਿੱਚ 25.25 ਹੈ ਔਰ ਡੀਜ਼ਲ ਤੇ 17.60 ਹੈ। ਅੱਜ ਜਿੰਨੀਆਂ ਵੀ ਪੰਜਾਬ ਦੀਆਂ ਜਿਹੜੀਆਂ ਆਪਣੀਆਂ ਪੈਟਰੋਲ ਪੰਪਾਂ ਦੀਆਂ ਐਸੋਸੀਏਸ਼ਨਾਂ ਨੇ, ਉਹਨਾਂ ਨੇ ਸਾਰਿਆਂ ਨੇ ਹੜਤਾਲ ਵੀ ਕੀਤੀ ਹੈ ਔਰ ਉਹਨਾਂ ਨੇ ਇਹ ਮੰਗ ਵੀ ਕੀਤੀ ਹੈ ਕਿ ਗੁਆਂਢੀ ਸੂਬਿਆਂ ਦੇ ਨਾਲੋਂ ਪੰਜਾਬ ਦੇ ਵਿੱਚ ਵੈਟ ਹੈ ਜਿਹੜਾ ਸਭ ਤੋਂ ਵੱਧ ਲਿਆ ਜਾਂਦਾ ਹੈ। ਤੇ ਇਹਨਾਂ ਦੇ ਪਿੱਛੇ ਜੇ ਤੁਸੀਂ ਦੇਖਿਆ ਹੋਊ 25 ਪੈਸੇ ਸੈਸ ਵੀ ਲਾਇਆ ਹੈ ਤੇਲ ਦੇ ਉੱਪਰ ਕਿ ਅਸੀਂ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਉન્નਤ ਕਰਨਾ ਹੈ। ਸੋ ਮੈਂ ਸਮਝਦਾ ਕਿ ਜਿੱਥੇ ਦੂਜੇ ਸੂਬਿਆਂ ਦੀ ਆਪਾਂ ਗੱਲ ਕਰੀਏ, ਉੱਥੇ ਪੰਜਾਬ ਨਾਲੋਂ ਦੂਜੇ ਸੂਬਿਆਂ ਦੇ ਵਿੱਚ ਡੀਜ਼ਲ ਪੈਟਰੋਲ ਦੇ ਰੇਟ ਘੱਟ ਨੇ, ਲੇਕਿਨ ਪੰਜਾਬ ਦੇ ਵਿੱਚ ਵੈਟ ਵੱਧ ਹੋਣ ਕਰਕੇ ਸਭ ਤੋਂ ਜਿਹੜਾ ਰੇਟ ਹੈ ਉਹ ਡੀਜ਼ਲ ਪੈਟਰੋਲ ਦਾ ਵੱਧ ਹੈਗਾ। ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਜੇ ਦੂਜੇ ਸੂਬਿਆਂ ਨੇ ਕੋਈ ਵੈਟ ਦੇ ਵਿੱਚ ਕਟੌਤੀ ਕੀਤੀ ਹੈ ਤੇ ਪੰਜਾਬ ਸਰਕਾਰ ਵੀ ਕਰ ਲੇ। ਇਹ ਤਾਂ ਨਵੇਂ 25 ਪੈਸੇ ਸੈਸ ਲਾ ਕੇ ਸਮਾਂ ਦੀ ਜਿਹੜਾ ਤੇਲ ਹੈ ਉਹ ਮਹਿੰਗਾ ਕਰ ਰਹੀ ਹੈ। ਠੀਕ ਹੈ ਭਾਰਤੀ ਜੀ, ਤੁਸੀਂ ਵੀ ਸਾਰੀ ਗੱਲ ਸੁਣੀ ਹੈ ਜੋ ਸੋਢੀ ਸਾਹਿਬ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਟੇਟ ਗਵਰਨਮੈਂਟ ਆਪਣੇ ਟੈਕਸ ਛੱਡ ਦੇਵੇ। ਉਹਨਾਂ ਤੋਂ ਵੀ ਜਵਾਬ ਲਵਾਂਗੇ ਕਿ ਸੈਂਟਰ ਦਾ ਜਿਹੜਾ ਕੀ ਰੋਲ ਹੈ ਤੇ ਉਹ ਕੀ ਕਰ ਸਕਦੇ ਨੇ। ਤੁਹਾਨੂੰ ਲੱਗਦਾ ਕਿ ਜਿਹੜੇ ਸਟੇਟ ਗਵਰਨਮੈਂਟ ਦੇ ਟੈਕਸ ਨੇ ਉਹ ਵੀ ਕਾਫੀ ਵੱਧ ਨੇ, ਚਾਹੇ ਉਹ 25 ਪੈਸੇ ਦੀ ਗੱਲ ਹੋਵੇ, ਇਨਫਰਾਸਟ੍ਰਕਚਰ ਨੂੰ ਸੁਧਾਰਨ ਦੀ ਗੱਲ ਹੋਵੇ, ਕਿਉਂਕਿ ਲੋਕ ਸਿੱਧੇ ਤੌਰ ਤੇ ਹਿੱਟ ਹੋ ਰਹੇ ਨੇ। ਹੁਣ ਤਾਂ ਲੋਕਾਂ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ, ਲੋਕਾਂ ਨੇ ਇੱਦਾਂ ਦੀਆਂ ਰੂਟੀਨਾਂ ਆ ਗਈਆਂ, ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਲੋਕ ਕਹਿੰਦੇ ਕਿ ਅਸੀਂ 2 ਦਿਨ ਸਕੂਟਰ ਚਲਾਵਾਂਗੇ, ਬਾਕੀ ਦਿਨ ਅਸੀਂ ਪਬਲਿਕ ਟਰਾਂਸਪੋਰਟ ਵਰਤਾਂਗੇ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ। ਗਗਨ ਜੀ, ਮੈਂ ਸੋਢੀ ਸਾਹਿਬ ਨੂੰ ਇੱਕ ਗੱਲ, ਇਹਨਾਂ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ 85 ਰੁਪਏ ਰੇਟ ਹੋ ਗਿਆ ਸੀ।
85 ਰੁਪਏ ਰੇਟ ਕਦੀ ਵੀ ਨਹੀਂ ਹੋਇਆ। 2014 ਵਿੱਚ ਹਾਈਐਸਟ ਰੇਟ 72 ਰੁਪਏ 26 ਪੈਸੇ ਰਿਹਾ ਔਰ ਇਹਨਾਂ ਨੇ 9 ਰੁਪਏ 48 ਪੈਸੇ ਸੀਗੀ ਡਿਊਟੀ ਜਦੋਂ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਇਹਨਾਂ ਨੂੰ ਹੈਂਡਓਵਰ ਕਰਕੇ ਗਈ ਹੈ। ਇਹਨਾਂ ਨੇ ਕਰਤੀ 32 ਰੁਪਏ 90 ਪੈਸੇ ਔਰ 300% ਜੰਪ ਕੀਤੀ ਟੈਕਸ ਕਲੈਕਸ਼ਨ ਇਹਨਾਂ ਦੀ 6 ਸਾਲਾਂ 'ਚ। ਜਦੋਂ 7ਵਾਂ ਸਾਲ ਚੜ੍ਹਿਆ ਤਾਂ 459% ਟੈਕਸ ਜੰਪ ਕਰ ਗਿਆ ਔਰ ਪੈਸੇ ਜਮ੍ਹਾਂ ਕਰੀ ਜਾਂਦੇ ਨੇ ਸਟੇਟਾਂ ਨੂੰ। ਇਹ ਉਹਨਾਂ ਦੇ ਫੰਡ ਨਹੀਂ ਦਿੰਦੇ, ਸਟੇਟਾਂ ਕੀ ਕਰਨ? GST ਦੀ ਕਲੈਕਸ਼ਨ ਹੈ ਇਹਨਾਂ ਨੇ ਤਾਂ ਮਤਲਬ ਉਹ ਤਰਸਾ ਮਾਰਤਾ। ਸਾਡਾ ਫਾਈਨਾਂਸ ਮਿਨਿਸਟਰ ਵਿਚਾਰਾ ਰੌਲਾ ਪਾਪਾ ਹੰਭ ਗਿਆ। ਇਹਨਾਂ ਨੇ ਸਾਡਾ ਹੱਕ ਸਾਨੂੰ ਲੱਗਦਾ ਤੁਹਾਨੂੰ ਸੂਬਾ ਸਰਕਾਰ ਦੇ ਜਿਹੜੇ ਟੈਕਸ ਹੁੰਦੇ ਨੇ ਉਹ ਜੇ ਘਟਾ ਲਏ ਜਾਣ ਤਾਂ ਸ਼ਾਇਦ ਲੋਕਾਂ ਨੂੰ ਰਾਹਤ ਮਿਲ ਜਾਵੇ। ਆਪਾਂ ਮੰਨਦੇ ਹਾਂ ਕਿ ਮੈਂ ਕਹਿੰਦਾ ਜੀ ਸਾਡੇ ਏਰੀਆ ਸੈਂਟਰ ਗਵਰਨਮੈਂਟ ਸਾਨੂੰ ਟਾਈਮ ਸਿਰ ਦੇ ਦੇਵੇ, ਅਸੀਂ ਜੋ ਲੋਕ ਐਕਸਪੈਕਟ ਕਰਦੇ ਨੇ ਉਹਦੇ ਨਾਲੋਂ ਵੀ ਵੱਧ ਘਟਾ ਦੇਵਾਂਗੇ। ਇਹ ਤਾਂ 25 ਪੈਸੇ ਦੀ ਗੱਲ ਕਰਦੇ ਨੇ। ਇਹਨਾਂ ਨੇ ਪਿਛਲੇ ਮੇਰੇ ਖਿਆਲ 2006 ਔਰ 15 ਮਹੀਨਿਆਂ ਵਿੱਚ ਇਹਨਾਂ ਨੇ 11 ਰੁਪਏ 77 ਪੈਸੇ ਪੈਟਰੋਲ ਵਧਾਤਾ, 13 ਰੁਪਏ 40 ਪੈਸੇ ਡੀਜ਼ਲ ਵਧਾਤਾ। ਇਹ ਸਾਡੇ 25 ਪੈਸੇ ਨੂੰ ਰੋਈ ਜਾਂਦੇ ਨੇ। ਮਤਲਬ ਆਪਣੀ ਮੰਜੀ ਥੱਲੇ ਵੀ ਝਾੜੂ ਮਾਰਨਾ ਚਾਹੀਦਾ। ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ? ਜਿਹਦੇ ਚ 2906 2014 ਵਿੱਚ 410 ਰੁਪਏ 50 ਪੈਸੇ ਦਾ ਸਿਲੰਡਰ ਸੀਗਾ, ਜਿਹੜਾ ਅੱਜ 819 ਰੁਪਏ ਦਾ ਹੋ ਗਿਆ। ਠੀਕ ਹੈ, ਆਪਾਂ ਇਹ ਕਿੱਥੇ ਰਿਲੀਫ ਦੇ ਰਹੇ ਨੇ ਲੋਕਾਂ ਨੂੰ? ਜਿਹੜੇ ਲੋਕਾਂ ਨੂੰ ਰਿਲੀਫ ਨਹੀਂ ਮਿਲ ਰਿਹਾ। ਵਿਦੇਸ਼ ਜਿੰਦਲ ਜੀ ਦੇ ਕੋਲ ਵਾਪਸ ਆਣਾ। ਜਿੰਦਲ ਸਾਹਿਬ, ਥੋੜਾ ਤੁਹਾਡੇ ਤੋਂ ਵੀ ਸਮਝਣਾ ਚਾਹਾਂਗੇ ਇੰਡਸਟਰੀ ਕਿੱਦਾਂ ਹਿੱਟ ਹੋ ਰਹੀ ਹੈ? ਕੱਚਾ ਮਾਲ ਵੀ ਤੁਸੀਂ ਕਿਹਾ ਕਿ ਸਾਨੂੰ ਲਿਆਉਣਾ ਪੈਂਦਾ ਤੇ ਤਿਆਰ ਮਾਲ ਵੀ ਭੇਜਣਾ ਪੈਂਦਾ, ਤਾਂ ਸਿੱਧੇ ਤੌਰ ਤੇ ਟਰਾਂਸਪੋਰਟ ਦੇ ਨਾਲ ਜੁੜਿਆ ਹੋਇਆ ਚੀਜ਼ਾਂ ਨੇ ਤੇ ਡੀਜ਼ਲ ਤੇ ਟਰਾਂਸਪੋਰਟ ਬਿਲਕੁਲ ਇੱਕ ਦੂਜੇ ਦੇ ਪੂਰਕ ਨੇ। ਤਾਂ ਕਿੱਦਾਂ ਕੰਮਕਾਰ ਪ੍ਰਭਾਵਿਤ ਹੋ ਰਹੇ ਨੇ? ਇੰਡਸਟਰੀ ਤਾਂ ਪ੍ਰਭਾਵਿਤ ਹੋ ਰਹੀ ਹੈ, ਲਾਜ਼ਮੀ ਗੱਲ ਆ ਮੈਨੂੰ ਲੱਗਦਾ। ਗਗਨ ਜੀ, ਪਿਛਲੇ ਜਿਹੜਾ 3-4 ਸਾਲਾਂ ਦੇ ਵਿੱਚ ਆਲਮੋਸਟ ਜਿਹੜੇ ਸਾਡੇ ਫਰੇਟ ਨੇ ਉਹ ਡਬਲ ਹੋ ਗਏ ਨੇ। ਇਸ ਲਈ ਅਸੀਂ ਟਰਾਂਸਪੋਰਟਰਸ ਨੂੰ ਵੀ ਨਹੀਂ ਕਿਸੇ ਤਰ੍ਹਾਂ ਕਸੂਰਵਾਰ ਠਹਿਰਾ ਸਕਦੇ, ਕਿਉਂਕਿ ਜਦੋਂ ਡੀਜ਼ਲ ਦੇ ਰੇਟ 50-60 ਰੁਪਏ ਤੋਂ 100 ਰੁਪਏ ਜਾਂ 80-90 ਰੁਪਏ ਦੇ ਆਸ-ਪਾਸ ਆ ਜਾਣਗੇ ਤੇ ਉਹਨਾਂ ਦੀਆਂ ਕਾਸਟਾਂ ਜਿਹੜੀਆਂ ਫਰਕ ਪੈਣਗੀਆਂ। ਲੇਕਿਨ ਜਿਹੜੀ ਦੁੱਖ ਦੀ ਗੱਲ ਇਸ ਗੱਲ ਦੀ ਹੈ ਕਿ ਸਰਕਾਰਾਂ ਇੱਕ ਦੂਸਰੇ ਤੇ ਬਲੇਮ ਲਗਾਉਂਦੀਆਂ। ਮੈਂ ਹੁਣ ਦੇਖ ਰਿਹਾ ਸੀ 2014 ਦੇ ਵਿੱਚ 71 ਰੁਪਏ ਜਿਹੜਾ ਡੀਜ਼ਲ ਦਾ ਪੈਟਰੋਲ ਦਾ ਰੇਟ ਸੀ ਦਿੱਲੀ ਦੇ ਵਿੱਚ, ਲੇਕਿਨ ਉਸ ਟਾਈਮ ਜਿਹੜਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਰੂਡ ਆਇਲ ਦਾ ਰੇਟ ਸੀ ਉਹ $77 ਦੇ ਆਸ-ਪਾਸ ਸੀ, ਜਿਹੜਾ ਕਿ ਅੱਜ $72 ਹੈ ਤੇ ਜਿਹੜਾ ਪੈਟਰੋਲ ਦਾ ਰੇਟ ਹੈ ਉਹ 100 ਰੁਪਏ ਦੇ ਆਸ-ਪਾਸ ਪਹੁੰਚ ਚੁੱਕਿਆ। ਇਸ ਕਰਕੇ ਜੇ ਹੁਣ ਸਰਕਾਰ ਕੋਈ ਰਿਲੀਫ, ਕਿਉਂਕਿ ਕੋਵਿਡ ਦਾ ਟਾਈਮ ਚੱਲ ਰਿਹਾ ਹੈ, ਇੰਡਸਟਰੀ ਵੈਸੇ ਹੀ ਹਾਸ਼ੀਏ ਤੇ ਆਈ ਹੋਈ ਹੈ, ਟ੍ਰੇਡ ਬਿਲਕੁਲ ਬੰਦ ਹੋਣ ਦੇ ਕਗਾਰ ਤੇ ਹੈ। ਇਹੋ ਜਿਹੇ ਟਾਈਮ ਦੇ ਵਿੱਚ ਮੁਨਾਫਾਖੋਰੀ ਕਰਨੀ, ਚਾਹੇ ਉਹ ਕੇਂਦਰ ਸਰਕਾਰ ਵੱਲੋਂ ਹੈ ਚਾਹੇ ਉਹ ਸਟੇਟ ਗਵਰਨਮੈਂਟ ਵੱਲੋਂ ਹੈ, ਇਹ ਇੱਕ ਤਰ੍ਹਾਂ ਸਿੱਧੇ ਜਾਂ ਸਿੱਧੇ ਤੌਰ ਤੇ ਲੋਕਾਂ ਨੂੰ ਜਿਹੜਾ ਉਹ ਬਹੁਤ ਬੜਾ ਨੁਕਸਾਨ ਪਹੁੰਚਾ ਰਿਹਾ। ਔਰ ਕਿਉਂਕਿ ਪੰਜਾਬ ਨੂੰ ਅਸੀਂ ਬਿਲੋਂਗ ਕਰ ਰਹੇ ਹਾਂ ਤੇ ਸਪੈਸ਼ਲੀ ਪੰਜਾਬ ਵਾਸਤੇ, ਕਿਉਂਕਿ ਰੀਜ਼ਨ ਬੀਇੰਗ ਮੈਂ ਪਹਿਲਾਂ ਵੀ ਦੱਸਿਆ ਕਿ ਲੈਂਡਲੌਕਡ ਸਟੇਟ ਹੈ, ਨਾ ਸਾਡੇ ਕੋਲ ਇੱਥੇ ਲੋਹਾ ਹੈ, ਨਾ ਸਾਡੇ ਕੋਲ ਇੱਥੇ ਕੋਲਾ ਹੈ, ਨਾ ਸਾਡੇ ਕੋਲ ਇੱਥੇ ਮਾਰਕੀਟ ਹੈ। ਹਰ ਚੀਜ਼ ਸਾਨੂੰ ਟਰਾਂਸਪੋਰਟੇਸ਼ਨ ਦੇ ਥਰੂ ਹੀ ਲਿਆਣੀ ਪੈਂਦੀ ਹੈ, ਟਰਾਂਸਪੋਰਟੇਸ਼ਨ ਦੇ ਥਰੂ ਹੀ ਲੈ ਕੇ ਜਾਣੀ ਪੈਂਦੀ ਹੈ। ਕੋਈ ਟਾਈਮ ਸੀ ਫਰੇਟ ਇਕੁਲਾਈਜੇਸ਼ਨ ਸੀ, ਸਾਨੂੰ ਲੋਹਾ ਇੱਥੇ ਜਿਹੜਾ ਬਾਕੀ ਸਟੇਟਾਂ ਨਾਲੋਂ ਇੱਕ ਰੇਟ 'ਚ ਮਿਲਦਾ ਸੀ। ਅੱਜ ਪੰਜਾਬ ਦੇ ਵਿੱਚ ਲੋਹੇ ਦੇ ਰੇਟ ਜਿਹੜੇ ਬਾਕੀ ਸਟੇਟਾਂ ਨੂੰ 4 ਤੋਂ 5 ਰੁਪਏ ਕਿਲੋ ਫਾਲਤੂ। ਉਸੇ ਤਰ੍ਹਾਂ ਪੋਰਟ ਦੇ ਉੱਪਰ ਜੇ ਅਸੀਂ ਐਕਸਪੋਰਟ ਕਰਦੇ ਹਾਂ ਤਾਂ ਵੀ ਸਾਨੂੰ 3 ਰੁਪਏ 4 ਰੁਪਏ ਕਿਲੋ ਜਿਹੜਾ ਉਹਦਾ ਭਾੜਾ ਦੇਣਾ ਪੈਂਦਾ। ਕੋਈ ਚੀਜ਼ ਅਸੀਂ ਬਾਹਰੋਂ ਇੰਪੋਰਟ ਕਰਦੇ ਹਾਂ ਤਾਂ ਉੱਤੇ ਵੀ 3 ਰੁਪਏ 4 ਰੁਪਏ ਕਿਲੋ ਸਾਨੂੰ ਭਾੜਾ ਦੇਣਾ ਪੈਂਦਾ। ਇਸ ਕਰਕੇ ਡੀਜ਼ਲ ਦਾ ਜਿਹੜਾ ਬਹੁਤ ਬੜਾ ਅਸਰ ਇੱਥੋਂ ਦੀ ਲੋਕਲ ਇੰਡਸਟਰੀ ਤੇ ਪੈ ਰਿਹਾ। ਔਰ ਜੇ ਇਸੇ ਤਰ੍ਹਾਂ ਹੀ ਫਿਊਲ ਪ੍ਰਾਈਸਿਸ ਪੰਜਾਬ 'ਚ ਵੱਧਦੇ ਗਏ, ਕਿਉਂਕਿ ਮੈਂ ਭਾਰਤੀ ਜੀ ਬੈਠੇ ਨੇ, ਮੈਂ ਚਾਹਾਂਗਾ ਕਿ ਦੇਖੋ ਇਲੈਕਸ਼ਨ ਈਅਰ ਹੈ, ਮੈਂ ਪੋਲੀਟੀਕਲ ਗੱਲ ਨਹੀਂ ਕਰਨਾ ਚਾਹੁੰਦਾ, ਲੇਕਿਨ ਇਹਨਾਂ ਕੋਲ ਇੱਕ ਬਹੁਤ ਬੜਾ ਮੌਕਾ ਹੈ। ਇਹ ਪ੍ਰੋਟੈਸਟ ਕਰ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ। ਜੇ 50 ਰੁਪਏ ਡੀਜ਼ਲ ਸੀ, ਜੇ ਅਸੀਂ ਮੰਨੀਏ ਕਿ ਇਹਨਾਂ ਨੇ ਉਸ ਟਾਈਮ 30% ਟੈਕਸ ਲਾਉਂਦੇ ਸੀ ਤਾਂ ਇਹਨਾਂ ਨੂੰ ਸਮਝ ਲਓ ਕਿ 15 ਰੁਪਏ ਬਚਦੇ ਸੀ। ਅੱਜ ਜੇ ਉਹ 70 ਰੁਪਏ ਹੋ ਗਿਆ ਤਾਂ ਇਹਨਾਂ ਨੂੰ 20 ਰੁਪਏ ਬਚਣ ਲੱਗੇ, ਤੇ ਘੱਟੋ ਘੱਟ ਜਿਹੜਾ 5 ਰੁਪਏ ਦਾ ਮੁਨਾਫਾ ਫਾਲਤੂ ਇਹ ਲੈ ਰਹੇ ਨੇ ਉਹ ਤੇ ਛੱਡਿਆ ਜਾ ਸਕਦਾ। ਆਪਣੇ ਐਂਡ ਤੇ ਉਹ ਚੀਜ਼ ਹੋ ਸਕਦੀ ਹੈ। ਠੀਕ ਹੈ, ਆਪਾਂ ਆਪਣੇ ਐਂਡ ਤੋਂ ਛੱਡਿਆ ਜਾ ਸਕਦਾ। ਜੇ ਅਸੀਂ 5 ਰੁਪਏ ਖੁਦ ਮੁਨਾਫੇ ਦੇ ਵਿੱਚੋਂ ਲੈ ਰਹੇ ਹਾਂ ਤੇ ਅਸੀਂ ਕਹਿ ਰਹੇ ਹਾਂ ਕਿ ਦੂਜਾ ਜਿਹੜਾ ਉਹ ਬੜੀ ਚੋਰੀ ਕਰ ਰਿਹਾ ਹੈ, ਤਾਂ ਉਹ ਦੋਨੋਂ ਪਾਸੇ ਮੈਂ ਕੋਈ ਇਹ ਰਾਜਨੀਤੀ 'ਚ ਨਹੀਂ ਪੈ ਰਿਹਾ। ਇਸ ਟਾਈਮ ਦੋਨਾਂ ਸਰਕਾਰਾਂ ਕੋਲ ਇੱਕ ਬੜਾ ਅੱਛਾ ਮੌਕਾ ਹੈ ਲੋਕਾਂ ਨੂੰ ਕੋਵਿਡ ਦੇ ਸੰਕਟ 'ਚੋਂ ਕੱਢਣ ਵਾਸਤੇ
ਠੀਕ ਹੈ, ਕਰੂਡ ਦੇ ਰੇਟ ਵੱਧ ਗਏ ਤੇ ਕਰੂਡ ਦੇ ਉੱਪਰ ਤੁਸੀਂ ਆਪਣੇ ਪ੍ਰੋਫਿਟ ਕਿਉਂ ਵਧਾਉਂਦੇ ਪਏ ਹੋ? ਟੈਕਸ ਤਾਂ ਤੁਹਾਡੇ ਪ੍ਰੋਫਿਟ ਨੇ, ਚਾਹੇ ਉਹ ਕੇਂਦਰ ਸਰਕਾਰ ਦੇ ਸਹੀ ਗੱਲ ਹੈ, ਪ੍ਰੋਫਿਟ ਨੇ, ਚਾਹੇ ਸਟੇਟ ਕਾਸਟ ਗਵਰਨਮੈਂਟ ਟੂ ਦੇ ਕਾਸਟ ਪ੍ਰੋਫਿਟ ਵੀ ਨੇ। ਦਿੱਤਾ ਜਾ ਸਕਦਾ। ਜੇ ਇਹਦੇ ਤੇ ਰੇਟ ਫਿਕਸ ਹੋਣੇ ਚਾਹੀਦੇ ਨੇ, ਨਹੀਂ ਨਾ ਕਿ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਰੇਸ਼ੋ ਨਹੀਂ ਹੋਣੀ ਚਾਹੀਦੀ, ਕਿਉਂਕਿ ਰੇਸ਼ੋ ਦੀ ਆੜ ਦੇ ਵਿੱਚ ਆਪਣੇ ਪ੍ਰੋਫਿਟ ਵਧਾਈ ਜਾਂਦੇ। ਇਸ ਕਰਕੇ ਉਹ ਫਿਕਸ ਕਰਨ ਕਿ ਇੱਥੇ 5 ਰੁਪਏ ਲੱਗਣਗੇ, ਚਾਹੇ 7 ਰੁਪਏ ਰੇਟ ਹੋ ਜਾਏ ਤੇ ਚਾਹੇ 70 ਰੁਪਏ ਠੀਕ ਰੇਟ। ਹੈ, ਦਿਆਲ ਜੀ ਤੋਂ ਵੀ ਪੁੱਛ ਲੈਣੇ। ਦਿਆਲ ਸਾਹਿਬ, ਪ੍ਰਿयंका ਗਾਂਧੀ ਹੋਰਾਂ ਦੇ ਵੱਲੋਂ ਟਵੀਟ ਕੀਤਾ ਗਿਆ, ਕਹਿੰਦੇ 2.74 ਲੱਖ ਕਰੋੜ ਰੁਪਏ ਜਿਹੜੇ ਟੈਕਸ ਦੇ ਵਸੂਲੇ ਗਏ ਨੇ ਪੈਟਰੋਲ ਡੀਜ਼ਲ ਤੇ ਮੋਦੀ ਸਰਕਾਰ ਦੇ ਵੱਲੋਂ। ਤਾਂ ਇਹ ਵੀ ਇੱਕ ਅੰਕੜਾ, ਤੇ ਇੱਕ ਅੰਕੜਾ ਇਹ ਵੀ ਹੈ ਕਿ 23 ਦਿਨਾਂ ਦੇ ਵਿੱਚ 5.53 ਪੈਸੇ ਜਿਹੜਾ ਪੈਟਰੋਲ ਮਹਿੰਗਾ ਹੋਇਆ। ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਅਸਾਬ ਹੈ। ਕਈ ਚੀਜ਼ਾਂ ਤੁਸੀਂ ਦੱਸ ਸਕਦੇ ਹੋ, ਕਈ ਤਰੀਕਿਆਂ ਨਾਲ ਗੱਲ ਘੁੰਮ ਸਕਦੀ ਹੈ, ਪਰ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਹੈ ਜਿਹੜੀ ਸਭ ਤੋਂ ਵੱਧ ਲੋਕਾਂ ਦੀ ਆਰਥਿਕਤਾ ਨੂੰ ਹਿੱਟ ਕਰਦੀ ਹੈ? ਕਿਉਂਕਿ ਕੋਈ ਮਿਡਲ ਕਲਾਸ ਹੋਵੇ, ਅਪਰ ਮਿਡਲ ਕਲਾਸ ਹੋਵੇ, ਲੋਅਰ ਮਿਡਲ ਕਲਾਸ ਹੋਵੇ, ਤਾਂ ਸਿੱਧੇ ਤੌਰ ਤੇ ਲੋਕ ਇਹਨਾਂ ਚੀਜ਼ਾਂ ਨਾਲ ਜੁੜੇ ਹੋਏ ਨੇ, ਪਬਲਿਕ ਟਰਾਂਸਪੋਰਟ ਨਾਲ ਜੁੜੇ ਹੋਏ ਨੇ, ਜਾਂ ਜਿੱਦਾਂ ਵੀ ਕਿਰਾਏ ਵੱਧਦੇ ਨੇ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਦੋਂ ਵੱਧਦੀਆਂ ਨੇ। ਦੇਖੋ ਬੇਦੀ ਸਾਹਿਬ, ਇਸ ਤਰ੍ਹਾਂ ਹੈ, ਮੈਂ ਬਿਲਕੁਲ ਸਹੀ ਇਸ ਗੱਲ ਨਾਲ ਤੁਹਾਡੀ ਨਾਲ ਸਹਿਮਤ ਹਾਂ ਕਿ ਜਿਹੜਾ ਡੀਜ਼ਲ ਤੇ ਪੈਟਰੋਲ ਹੈ ਉਹਦੇ ਨਾਲ ਵਾਕਈ ਜਿਹੜੀ ਹੈਗੀ ਆ ਹਰ ਇੱਕ ਚੀਜ਼ ਤੇ ਸਾਡੀ ਤੇ ਜਿਹੜਾ ਰੋਜ਼ਾਨਾ ਜੀਵਨ ਚ ਅਸੀਂ ਵਰਤਦੇ ਆ ਉਹ ਤੇ ਅਸਰ ਪੈਂਦਾ ਹੈ। ਦੇਖੋ ਮੇਰਾ ਕਹਿਣਾ ਇਹ ਹੈ ਕਿ ਤੁਹਾਡੇ ਮਾਧਿਅਮ ਰਾਹੀਂ ਜਾਂ ਅਸੀਂ ਵੀ ਜਿਹੜਾ ਹੈਗਾ ਆਪਣੇ ਤੌਰ ਤੇ ਕੇਂਦਰ ਸਰਕਾਰ ਨੂੰ ਬੇਨਤੀ ਕਰ ਸਕਦੇ ਹਾਂ ਕਿ ਜੇ ਇਹਦੇ ਵਿੱਚ ਕੋਈ, ਜਿਸ ਤਰ੍ਹਾਂ ਦੀ ਜਿੰਦਲ ਸਾਹਿਬ ਨੇ ਗੱਲ ਕੀਤੀ ਹੈ, ਤੇ ਮੈਂ ਵੀ ਇੱਕ ਭਾਰਤ ਵਾਸੀ ਹੋਣ ਦੇ ਨਾਤੇ, ਪੰਜਾਬ ਵਾਸੀ ਹੋਣ ਦੇ ਨਾਤੇ ਮੈਂ ਵੀ ਲੋਕਾਂ ਦੇ ਨਾਲ ਹੀ ਜੁੜਿਆ ਹੋਇਆ। ਮੈਂ ਇਹ ਬੇਨਤੀ ਕਰ ਸਕਦਾ ਕਿ ਜੇ ਇਹਦੇ ਵਿੱਚ ਕੋਈ ਰਾਹਤ ਮਿਲ ਸਕਦੀ ਹੈ ਤੇ ਕੇਂਦਰ ਸਰਕਾਰ ਵੀ ਦੇਵੇ ਤੇ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਉਹ ਵੀ ਆਪਣੇ ਤੌਰ ਤੇ ਦੇਣ, ਤੇ ਤਾਂ ਕਿ ਜਿਹੜਾ ਹੈਗਾ ਲੋਕਾਂ ਦਾ ਜਿਹੜਾ ਇਹ ਲੋਕਾਂ ਦਾ ਹੱਲ ਜ਼ਰੂਰ ਹੋਣਾ ਚਾਹੀਦਾ। ਸੋਢੀ ਸਾਹਿਬ, ਇੱਕ ਚੀਜ਼ ਇਹ ਵੀ ਹੈ, ਲੋਕ ਹੁਣ ਇਸ ਤਰ੍ਹਾਂ ਦੇ ਮੀਮਸ ਪੜਨ ਲੱਗ ਗਏ ਸੋਸ਼ਲ ਮੀਡੀਆ ਦੇ ਵਿੱਚ, ਸੋਸ਼ਲ ਡੋਮੇਨ 'ਚ ਇਦਾਂ ਦੀਆਂ ਵੀ ਚੀਜ਼ਾਂ ਆਉਣ ਲੱਗ ਗਈਆਂ। ਲੋਕ ਕਹਿੰਦੇ ਆ ਕਿ ਭਾਜਪਾ ਸਰਕਾਰ ਸ਼ਾਇਦ ਸਭ ਨੂੰ ਇਹੀ ਸਮਝਦੀ ਹੈ ਕਿ ਅਡਾਨੀ ਅੰਬਾਨੀ ਵਾਲਾ ਹੀ ਕੰਮ ਹੈ, ਲੋਕ ਜਿੰਨੀ ਮਰਜ਼ੀ ਮਹਿੰਗਾਈ ਹੋ ਜਾਏ ਲੋਕੀ ਕੁਝ ਨਹੀਂ ਕਰਦੇ, ਜਾਂ ਲੋਕ ਬੀਅਰ ਕਰ ਲੈਣਗੇ। ਚਾਹੇ ਤੁਸੀਂ ਇਹ ਦੇਖੋ ਕਿ ਜਿਹੜਾ ਸਰੋਂ ਦੇ ਤੇਲ ਦੀ ਕੀਮਤ ਦੇਖੋ ਕਿੱਥੇ ਚਲੀ ਗਈ ਹੈ, 200 ਟੱਪ ਗਈਆਂ ਜਿਹੜਾ ਸਰੋਂ ਦਾ ਤੇਲ ਹੈ। ਇਸ ਤੋਂ ਇਲਾਵਾ ਹੁਣ ਪੈਟਰੋਲ ਡੀਜ਼ਲ ਹੈ, ਤਾਂ ਬਿਲਕੁਲ ਇਹ ਪੱਖ ਹੈਗਾ ਮੈਨੂੰ ਲੱਗਦਾ ਕਿ ਸੰਜੀਦਗੀ ਦੇ ਨਾਲ। ਤਾਂ ਅੱਛਾ, ਇੱਕ ਲਾਸਟ ਸਵਾਲ ਹੈ ਬਿਲਕੁਲ ਤੁਹਾਡੇ ਤੋਂ, ਬੜਾ ਬਰੀਫ ਦੇ ਵਿੱਚ ਆਨਸਰ ਦਿਓ। ਪੰਜਾਬ ਦੀ ਭਾਜਪਾ ਇਕਾਈ ਹੈ ਜਿਹੜੀ, ਇਹਦੇ ਨੂੰ ਲੈ ਕੇ ਕੋਈ ਤੁਸੀਂ ਕਰ ਰਹੇ ਹੋ ਪਹੁੰਚ, ਜਾਂ ਆਪਣੇ ਪੱਧਰ ਤੇ ਕੋਈ ਪ੍ਰੋਟੈਸਟ ਕਰ ਰਹੇ ਹੋ, ਜਾਂ ਕੋਈ ਆਵਾਜ਼ ਕਰ ਰਹੇ ਹੋ, ਚੁੱਕ ਰਹੇ ਹੋ ਲੋਕਾਂ ਦੀ ਆਵਾਜ਼? ਦੇਖੋ ਬੇਦੀ ਸਾਹਿਬ, ਸਮੇਂ-ਸਮੇਂ ਤੇ ਜਿੱਥੇ ਵੀ ਕੋਈ ਗੱਲ ਹੁੰਦੀ ਹੈ ਲੋਕਾਂ ਦੇ ਨਾਲ ਜੁੜੀ, ਜੇ ਕੋਈ ਸਾਡੇ ਕੇਂਦਰ ਦੇ ਅਧਿਕਾਰੀ ਆਉਂਦੇ ਨੇ ਤੇ ਅਸੀਂ ਜਿਹੜਾ ਲੋਕਾਂ ਦੇ ਜੀਵਨ ਦੇ ਨਾਲ ਜੁੜੀਆਂ ਜਿਹੜੀਆਂ ਗੱਲਾਂ ਨੇ ਉਹਦੇ ਸੁਧਾਰ ਲਈ ਜਾਂ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹ ਅਸੀਂ ਸੂਬੇ ਦੇ ਤੌਰ ਤੇ ਵੀ ਪੇਸ਼ ਕਰਦੇ ਹਾਂ, ਔਰ ਅਸੀਂ ਵੀ ਇੱਥੋਂ ਦੇ ਵਸਿੰਦੇ ਹਾਂ। ਸੋ ਅਸੀਂ ਜਿੱਥੋਂ ਤੱਕ ਹੋਇਆ ਇਸ ਗੱਲ ਨੂੰ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਜ਼ਰੂਰ ਪਹੁੰਚਾਵਾਂਗੇ। ਕੋਈ ਇਹੋ ਜਿਹੀ ਗੱਲ ਆਸ ਉਮੀਦ ਕਰਦੇ ਹਾਂ ਕਿ ਜ਼ਰੂਰ ਪਹੁੰਚਾਓਗੇ। ਤੇ ਇੱਕ ਸਵਾਲ ਭਾਰਤੀ ਜੀ ਤੋਂ ਵੀ ਲੈਣੇ ਆ। ਭਾਰਤੀ ਜੀ, ਤੁਹਾਨੂੰ ਲੱਗਦਾ ਕਿ ਸਿਆਸਤ ਬਹੁਤ ਭਾਰੂ ਹੋ ਜਾਂਦੀ ਹੈ ਚੀਜ਼ਾਂ ਦੇ ਵਿੱਚ? ਇੱਕ ਚੀਜ਼ ਮੈਂ ਕੋਟ ਕਰਨੀ ਚਾਹੂੰਗਾ, ਜਿਵੇਂ ਹੁਣ ਮਹਿਲਾਵਾਂ ਦੇ ਲਈ ਸਰਕਾਰੀ ਬੱਸਾਂ ਦੇ ਵਿੱਚ ਫ੍ਰੀ ਕੀਤੀ ਗਈ ਹੈ ਜਿਹੜੀ ਸਫ਼ਰ ਹੈ, ਇਹ ਵੀ ਆਪਣੇ ਆਪ ਦੇ ਵਿੱਚ ਸਰਕਾਰ ਦੇ ਉੱਤੇ ਕਾਫੀ ਕਾਸਟ ਪੈਂਦੀ ਹੈ, ਕਰੋੜਾਂ ਦੇ ਵਿੱਚ ਹੀ ਮੈਨੂੰ ਲੱਗਦਾ ਬਜਟ ਚਲੇ ਗਿਆ ਹੋਊਗਾ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਇਸ ਪਾਸੇ ਸਰਕਾਰਾਂ ਥੋੜਾ ਇਧਰੋਂ ਕੱਟ ਕਰਕੇ ਜੇ ਉਧਰ ਪੈਟਰੋਲ ਡੀਜ਼ਲ ਦੇ ਉੱਤੇ ਆਪਣੇ ਟੈਕਸ ਘੱਟ ਕਰ ਦੇਣ, ਉਹਦੇ ਨਾਲ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਫਾਇਦਾ ਹੋਵੇਗਾ? ਰਾਈਟ ਫਰਮ ਦੀ ਬਿਗਨਿੰਗ ਜਦੋਂ ਅਸੀਂ ਬਜਟ ਬਣਦਾ ਹੈ ਤਾਂ ਉਹਦੇ ਵਿੱਚ ਜੋ ਬੱਚਿਆਂ ਲਈ, ਚਿਲਡਰਨ ਲਈ, ਵੂਮਨ ਲਈ, ਨੌਜਵਾਨਾਂ ਲਈ ਜੋ ਫੰਡ ਰੱਖੇ ਹੁੰਦੇ ਆ, ਉਸ ਫੰਡ ਦੇ ਮੁਤਾਬਕ ਹੀ ਉਹਦੇ ਉੱਪਰ ਖਰਚੇ ਪਾਏ ਜਾਂਦੇ ਆ, ਔਰ ਉਹਦਾ ਬਕਾਇਦਾ ਸੋਰਸ ਬਣਾਇਆ ਜਾਂਦਾ। ਪਰ ਭਾਰਤੀ ਜੀ, ਗੱਲ ਇਹ ਵੀ ਹੈ ਕਿ ਡਾਇਵਰਸਿਟੀ ਆਫ ਫੰਡਸ ਵੀ ਤਾਂ ਦੇਖਣ ਨੂੰ ਮਿਲਦੀਆਂ ਨੇ ਨਾ। ਕਈ ਵਾਰ ਪੈਸਾ ਕਿਸੇ ਹੋਰ ਚੀਜ਼ ਲਈ ਹੁੰਦਾ ਹੈ, ਉਹ ਕਿਸੇ ਦੂਜੇ ਪਾਸੇ ਲਗਾ ਦਿੱਤਾ ਜਾਂਦਾ। ਤਾਂ ਤੁਹਾਨੂੰ ਲੱਗਦਾ ਕਿ ਜੇ ਇਹ ਚੀਜ਼ ਹੋ ਜਾਏ, ਜਿਵੇਂ ਫ੍ਰੀ ਕੀਤੇ ਗਏ ਨੇ ਚੀਜ਼ਾਂ, ਜਾਂ ਹੋਰ ਵੀ ਬਹੁਤ ਚੀਜ਼ਾਂ ਹੋਣਗੀਆਂ ਪੈਟਰੋਲ ਡੀਜ਼ਲ ਦੇ ਉੱਤੇ? ਨਹੀਂ, ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪਏਗਾ, ਬਲਕਿ ਜੇਕਰ ਸੈਂਟਰ ਗਵਰਨਮੈਂਟ ਥੋੜਾ ਕੋਆਪਰੇਟ ਕਰੇ, ਬਜਾਏ ਕਾਰਪੋਰੇਟ ਸੈਕਟਰ ਵੱਲ ਬਹੁਤਾ ਧਿਆਨ ਦੇਣ ਦੇ, ਇੱਧਰ ਸਾਡੇ ਸੈਕਟਰ ਵੱਲ ਧਿਆਨ ਦੇਵੇ। 13-14 ਵਿੱਚ ਅਸੀਂ 52,537 ਕਰੋੜ ਰੁਪਈਆ ਟੈਕਸਿਸ ਤੋਂ ਕਲੈਕਟ ਕੀਤਾ ਸੀ, ਕਾਂਗਰਸ ਗਵਰਨਮੈਂਟ ਨੇ, ਡਾਕਟਰ ਮਨਮੋਹਨ ਸਿੰਘ ਜੀ ਦੀ ਗਵਰਨਮੈਂਟ ਨੇ। ਔਰ 19-20 ਚ 2,13,000 ਕਰੋੜ ਰੁਪਈਆ ਇਹਨਾਂ ਨੇ ਟੈਕਸ ਕਲੈਕਸ਼ਨ ਕੀਤੀ। ਆ ਪਿਛਲੇ ਜਿਹੜੇ 11 ਮਹੀਨੇ ਬੀਤੇ ਹੈ, 31 ਮਾਰਚ 2020 ਤੋਂ ਲੈ ਕੇ ਅਪ ਟੂ ਡੇਟ ਤੱਕ, ਇਹ 2,94,000 ਕਰੋੜ ਰੁਪਈਆ ਇਹਨਾਂ ਨੇ ਟੈਕਸ ਕਲੈਕਸ਼ਨ ਕੀਤੀ। ਔਰ ਜੇਕਰ ਇਹ ਇਸ ਗੱਲ ਵੱਲ ਧਿਆਨ ਦੇਣ ਕਿ ਵੀ ਇਹ ਟੈਕਸਿਸ ਘਟਾ ਕੇ, ਇਹ ਡੀਜ਼ਲ ਦੇ ਉੱਪਰ ਖਾਸ ਕਰ ਇਹਨਾਂ ਦੀ ਮਾਰ ਇਸ ਕਰਕੇ ਹੈ
ਕਿਉਂਕਿ ਕਿਸਾਨਾਂ ਦੇ ਵੱਧ ਤੋਂ ਵੱਧ ਯੂਜ਼ ਵਿੱਚ ਡੀਜ਼ਲ ਠੀਕ ਆਉਂਦਾ। ਹੈ। ਕਿਸਾਨਾਂ ਨੂੰ ਕੋਆਪਰੇਟ ਨਾ ਕਰਦੇ ਹੋਏ ਉਹਨਾਂ ਦੇ ਉੱਪਰ ਫਾਈਨੈਂਸ਼ੀਅਲ ਵਜ਼ਨ ਜ਼ਿਆਦਾ ਵਧਾਤਾ ਇਹਨਾਂ ਨੇ। ਔਰ ਇਹ ਜਿਹੜੀਆਂ ਹੋਛੀਆਂ ਹਰਕਤਾਂ ਨੇ, ਇਹਦੇ ਨਾਲ ਬੀਜੇਪੀ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ। ਹਾਲਾਂਕਿ ਇਹਨਾਂ ਨੂੰ ਬੰਗਾਲ ਤੋਂ ਬੜੀ ਵੱਡੀ ਸੱਟ ਪਈ ਹੈ, ਪਰ ਇਹ ਵੀ ਅੱਜ ਵੀ ਸਮਝਣ ਲਈ ਤਿਆਰ ਨਹੀਂ। ਜੇਕਰ ਇਹ ਨਹੀਂ ਸਮਝਣਗੇ ਤਾਂ ਫਿਰ ਬਹੁਤ ਨੁਕਸਾਨ ਹੋਏਗਾ। ਹੋ ਸਕਦਾ ਤੁਹਾਡੀ ਗੱਲ ਜਿਹੜੀ ਹੈ ਤੁਸੀਂ ਕਹੀ ਹੈ ਮਹਿਲਾਵਾਂ ਵਾਲੀ, ਵੀ ਉਹਨਾਂ ਦੇ ਜਿਹੜੇ ਜਿਹੜਾ ਫੇਅਰ ਹੈ ਉਹ ਫ੍ਰੀ ਕੀਤਾ, ਲੇਕਿਨ ਉਹ ਕਿੰਨੇ % ਹੈ। ਲੇਕਿਨ ਦੂਸਰੀ ਗੱਲ ਇਹ ਹੈ ਵੀ ਪੈਟਰੋਲ ਔਰ ਡੀਜ਼ਲ ਸਾਡੀ ਇਕਨੋਮੀ ਦਾ ਇੱਕ ਬੇਸ ਹੈ। ਔਰ ਇਹ ਕਲੇਮ ਕਰਦੇ ਆ ਜੀ ਅਸੀਂ 8000 ਸਿਲੰਡਰ ਵੰਡਤਾ ਫ੍ਰੀ। ਉਹਦਾ ਫਾਇਦਾ ਕੀ ਹੋਇਆ? ਤੁਸੀਂ 410 ਵਾਲਾ ਕਰਤਾ 820 ਰੁਪਏ ਦਾ ਸਿਲੰਡਰ। ਲੇਕਿਨ ਕਿਉਂਕਿ ਇਹ ਸਿਰਫ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਅਮੀਰ ਕਰਨਾ ਚਾਹੁੰਦੀ ਹੈ। ਏਸ਼ੀਆ ਦਾ ਸਭ ਤੋਂ ਅਮੀਰ ਆਦਮੀ ਸੀ ਚਾਈਨਾ ਦਾ, ਮਿਸਟਰ ਗੁਸ਼ਿੰਗ ਸੀ ਕਰਕੇ ਸੀ। ਅੱਜ ਏਸ਼ੀਆ ਦਾ ਸਭ ਤੋਂ ਨੰਬਰ 1 ਜਿਹੜਾ 5,76 ਬਿਲੀਅਨ ਦੇ ਨਾਲ ਅੰਬਾਨੀ ਸਾਹਿਬ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਹੋ ਗਏ। ਦੂਜੇ ਨੰਬਰ ਤੇ ਅਡਾਨੀ ਸਾਹਿਬ ਹੋ ਗਏ ਬੀਜੇਪੀ ਦੀ ਸਰਕਾਰ ਦੇ ਆਸ਼ੀਰਵਾਦ ਨਾਲ। ਜੇਕਰ ਇਹਨਾਂ ਦਾ ਇਹੀ ਧਿਆਨ ਰਿਹਾ, ਹੌਲੀ ਹੌਲੀ ਗਰੀਬ ਮਰ ਜਾਏਗਾ। ਠੀਕ ਹੈ। ਕਿਉਂਕਿ ਇਹ ਸੱਚਾਈ ਨੂੰ ਸੁਣਨ ਲਈ ਤਿਆਰ ਨਹੀਂ, ਕਿਸੇ ਦੀ ਗੱਲ ਸੁਣਨੀ ਨਹੀਂ, ਕਿਸੇ ਦੀ ਗੱਲ ਮੰਨਣੀ ਨਹੀਂ। ਜੇ ਡਾਕਟਰ ਮਨਮੋਹਨ ਸਿੰਘ ਜੀ ਨੇ ਚੰਗੀ ਸਲਾਹ ਦਿੱਤੀ, ਇਹਨਾਂ ਨੂੰ ਚਿੱਠੀ ਲਿਖੀ, ਇਹਨਾਂ ਨੇ ਉਹਦਾ ਮਜ਼ਾਕ ਉਡਾਇਆ, ਬਾਅਦ ਵਿੱਚ ਉਹੀ ਗੱਲਾਂ ਇਹਨਾਂ ਨੂੰ ਕਰਨੀਆਂ ਪਈਆਂ, ਉਹ ਕੰਮ ਕਰਨੇ ਪਏ ਜਿਹੜੇ ਡਾਕਟਰ ਮਨਮੋਹਨ ਸਿੰਘ ਜੀ ਨੇ ਇਹਨਾਂ ਨੂੰ ਸੁਜੈਸਟ ਕੀਤੇ। ਠੀਕ ਹੈ। ਵਿਦੇਸ਼ ਜਿੰਦਲ ਜੀ ਤੋਂ ਇੱਕ ਆਖਰੀ ਕਮੈਂਟ ਲੈ ਲੈਣੇ ਆ। ਜਿੰਦਲ ਸਾਹਿਬ ਸੁਣ ਗਗਨ ਜੀ ਏਦਾਂ ਹੈ ਕਿ ਸਰਕਾਰਾਂ ਕਿਸ ਤਰ੍ਹਾਂ ਬੇਵਕੂਫ ਬਣਾ ਰਹੀਆਂ। ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦੇਣਾ, ਜਦੋਂ ਵਨ ਟੈਕਸ ਵਨ ਨੇਸ਼ਨ ਪ੍ਰਣਾਲੀ ਲਾਗੂ ਹੋਈ ਸੀ ਤਾਂ ਡੀਜ਼ਲ ਪੈਟਰੋਲ ਨੂੰ GST 'ਚ ਕਵਰ ਕੀਤਾ ਜਾਣਾ ਜ਼ਰੂਰੀ ਸੀ। ਲੇਕਿਨ ਫਿਰ ਉਹੀ ਮੁਨਾਫਾਖੋਰੀ ਦੀ ਗੱਲ ਆ ਜਾਂਦੀ ਹੈ ਕਿ ਇਹਨਾਂ ਨੂੰ ਲੱਗਿਆ ਕਿ ਉਹਦਾ ਇਨਪੁਟ ਟੈਕਸ ਕ੍ਰੈਡਿਟ ਕਿਤੇ ਇੰਡਸਟਰੀ ਨਾ ਲੈ ਲੇ। ਇਸ ਕਰਕੇ ਪੈਟਰੋਲ ਡੀਜ਼ਲ ਨੂੰ ਸ਼ੁਰੂ ਤੋਂ ਹੀ ਜਦੋਂ ਦਾ GST ਲੱਗਿਆ ਨੂੰ ਬਾਹਰ ਰੱਖਿਆ ਗਿਆ। ਅਸੀਂ ਬਹੁਤ ਵਾਰ ਇਹ ਡਿਮਾਂਡ ਕੀਤੀ ਹੈ ਕਿ ਤੁਸੀਂ ਰੇਟ ਵਧਾਓ, ਤੁਸੀਂ ਰੇਟ ਘਟਾਓ। ਜੇ GST ਲੱਗਿਆ ਹੋਵੇ ਘੱਟੋ ਘੱਟ ਇੰਡਸਟਰੀ ਨੂੰ ਉਹਦਾ ਇਨਪੁਟ ਤਾਂ ਮਿਲ ਜਾਏਗਾ। ਅੱਜ ਤੱਕ ਕਦੇ ਵੀ ਪੰਜਾਬ ਸਰਕਾਰ ਨੇ, ਮੈਂ ਮਾਫੀ ਚਾਹਾਂਗਾ, ਇਹ ਮੰਗ ਕੇਂਦਰ ਸਰਕਾਰ ਤੋਂ ਵੀ ਨਹੀਂ ਕੀਤੀ, ਕਿਉਂਕਿ ਇਹਦੇ 'ਚ ਅੱਛਾ ਖਾਸਾ ਇੱਕ ਰੈਵਨਿਊ ਸਟੇਟ ਗਵਰਨਮੈਂਟ ਕੋਲ ਵੀ ਆ ਰਿਹਾ ਕਿ ਇਹਨੂੰ GST ਦੇ ਦਾਇਰੇ 'ਚ ਲੈ ਕੇ ਆਉਂਦਾ। ਇਸ ਕਰਕੇ ਅਸੀਂ ਅੱਜ ਫੇਰ ਇੱਕ ਵਾਰ ਮੰਗ ਕਰ ਰਹੇ ਹਾਂ ਕਿ ਜਿਸ ਹਿਸਾਬ ਨਾਲ ਤੇ ਰੇਟ ਵਧ ਰਹੇ ਨੇ, ਪੰਜਾਬ ਵਾਸਤੇ ਬੜਾ ਜ਼ਰੂਰੀ ਹੈ GST ਲੱਗਣਾ, ਕਿਉਂਕਿ ਇਹਦਾ ਜੇ ਇਨਪੁਟ ਮਿਲੇਗਾ ਟਰਾਂਸਪੋਰਟਰਸ ਨੂੰ ਮਿਲੇਗਾ। GST ਦੇ ਦਾਇਰੇ ਦੇ ਵਿੱਚ ਆ ਜਾਏ ਤਾਂ ਬਹੁਤ ਹੱਦ ਤੱਕ ਜਿਹੜੀ ਇਹ ਸਮੱਸਿਆ ਹੈ ਸੁਧਰ ਸਕਦੀ ਹੈ। ਠੀਕ ਹੈ। ਬਿਜਲੀ, ਜਿਸ ਤਰ੍ਹਾਂ ਬਿਜਲੀ ਦੇ ਉੱਪਰ 22% ਡਿਊਟੀ ਲਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ, ਉਹ ਵੀ GST ਦੇ ਵਿੱਚ ਆ ਜਾਏ ਤਾਂ ਉਹਦਾ ਵੀ ਇੰਡਸਟਰੀ ਨੂੰ ਫਾਇਦਾ ਹੋਣਾ ਲੱਗ ਜਾਏਗਾ। ਇਸ ਕਰਕੇ ਬੜਾ ਲਾਜ਼ਮੀ ਹੈ ਕਿ ਪੈਟਰੋਲ ਡੀਜ਼ਲ ਨੂੰ ਜੇ ਉਹਦੀਆਂ ਵਧ ਰਹੀਆਂ ਰੇਟਾਂ ਦਾ ਕੁਝ ਕੰਪਨਸੇਟ ਇੰਡਸਟਰੀ ਨੂੰ ਕਰਨਾ ਹੈ ਤਾਂ ਉਹਨੂੰ ਬਜਾਏ ਕਿ ਸੈਂਟਰਲ ਐਕਸਾਈਜ਼ ਡਿਊਟੀ ਜਾਂ ਸਟੇਟ ਐਕਸਾਈਜ਼ ਡਿਊਟੀ ਜਾਂ ਹੋਰ ਟੈਕਸਿਸ ਚੋਂ ਕੱਢ ਕੇ ਉੱਤੇ GST ਲਗਾ ਦਿੱਤਾ ਜਾਵੇ, ਚਾਹੇ ਉਹ 30% ਹੋਵੇ, 40% ਇੱਕ ਟੈਕਸ ਆ ਜਾਏ। ਸਾਨੂੰ ਉਹਦਾ ਇੰਡਸਟਰੀ ਨੂੰ ਇਨਪੁਟ ਮਿਲ ਜਾਏ ਤਾਂ ਕਿ ਘੱਟੋ ਘੱਟ ਇੰਡਸਟਰੀ ਜਾਂ ਟ੍ਰੇਡ ਜਿਹੜਾ ਕਿ ਟਰਾਂਸਪੋਰਟੇਸ਼ਨ ਹੈ ਜਿਹਦੇ ਨਾਲ ਹਰ ਬੰਦਾ ਜੁੜਿਆ ਹੋਇਆ, ਉਹਦੇ ਤੇ ਉਹਦਾ ਮਿਨੀਮਾਈਜ਼ ਇੰਪੈਕਟ ਹੋ ਜਾਏਗਾ। ਇਹ ਸਾਡੀ ਬਹੁਤ ਬੜੀ ਇੱਕ ਡਿਮਾਂਡ ਸਟੇਟ ਤੇ ਸੈਂਟਰ ਦੋਨਾਂ ਸਰਕਾਰਾਂ। ਬਿਲਕੁਲ ਜਿੰਦਰ ਸਾਹਿਬ, ਡਿਮਾਂਡ ਹੈਗੀ ਆ। ਇੱਧਰ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ, ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਗਏ ਨੇ ਅੱਜ ਸਿੰਬੋਲਿਕ ਤੌਰ ਤੇ। ਇੰਡਸਟਰੀ ਇਸ ਪਾਸੇ ਕੁਝ ਕਰ ਰਹੀ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ ਦਾ ਤਾਂ ਆਪਣਾ ਕਾਂਗਰਸ ਨੂੰ ਕੋਈ ਅਧਿਕਾਰ ਨਹੀਂ ਹੈ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਕਰਨ ਦਾ ਜਦ ਤੱਕ ਉਹ ਆਪਣੇ ਸਟੇਟ ਦੇ ਟੈਕਸ ਨਹੀਂ ਘਟਾਉਂਦੇ। ਠੀਕ ਹੈ। ਦੇਖੋ, ਮੁਨਾਫਾਖੋਰੀ 'ਚ ਹਿੱਸੇਦਾਰੀ ਦੇ ਅਸੀਂ ਮਾਲਕ ਬਣਨਾ ਚਾਹੁੰਦੇ ਕਿ ਜੇ ਰੇਟ ਵੱਧ ਗਿਆ ਤਾਂ ਉਹਦੇ ਤੇ ਟੈਕਸ ਵੱਧ ਗਿਆ ਤੇ ਉਹਦੇ 'ਚ ਸਾਡਾ ਪ੍ਰੋਫਿਟ ਵੱਧ ਜੇ, ਸਾਨੂੰ ਉਹ 'ਚ ਕੋਈ ਇਤਰਾਜ਼ ਨਹੀਂ ਹੈ। ਲੇਕਿਨ ਜੇ ਸੈਂਟਰ ਦਾ ਪ੍ਰੋਫਿਟ ਵੱਧ ਰਿਹਾ ਟੈਕਸਾਂ ਦੇ ਵਿੱਚ, ਉਹ ਇਤਰਾਜ਼ ਹੈ। ਇਸ ਕਰਕੇ ਮੈਂ ਚਾਹਾਂਗਾ ਕਿ ਸਰਕਾਰ, ਚਲੋ ਭਾਰਤੀ ਜੀ ਤੇ ਸਾਡੇ ਬਹੁਤ ਲਰਨਡ ਪਰਸਨ ਨੇ, ਸਾਡੇ ਬਹੁਤ ਅੱਛੇ ਮਿੱਤਰ ਵੀ ਨੇ। ਪੋਜੀਸ਼ਨ ਇਹ ਹੈ ਕਿ ਐਜ਼ ਏ ਜਸਚਰ, ਮੈਂ ਥੋੜੇ ਦਿਨ ਪਹਿਲਾਂ ਇੱਕ ਟਵੀਟ ਵੀ ਕੀਤਾ ਸੀ CM ਸਾਹਿਬ ਨੂੰ ਕਿ ਐਜ਼ ਏ ਜਸਚਰ ਪੰਜਾਬ ਸਰਕਾਰ ਨੂੰ ਆਪਣਾ ਟੈਕਸ ਰੇਟ ਦੇ ਹਿਸਾਬ ਨਾਲ ਐਡਜਸਟ ਕਰਨਾ ਬੜਾ ਜ਼ਰੂਰੀ ਹੈ। ਤਾਂ ਹੀ ਸਾਨੂੰ ਅਧਿਕਾਰ ਹੈ ਕਿ ਅਸੀਂ ਇੱਕ ਉਂਗਲੀ ਜਿਹੜੇ ਦੂਜੇ ਵੱਲ ਚੱਕਦੇ ਹਾਂ ਤਾਂ 4 ਉਂਗਲੀਆਂ ਸਾਡੇ ਵੱਲ ਵੀ ਆਉਂਦੀਆਂ। ਉਸ ਚੀਜ਼ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਨੂੰ ਆਪਣੇ ਟੈਕਸ ਘਟਾਉਣੇ ਬੜੇ ਜ਼ਰੂਰੀ ਨੇ। ਬਿਲਕੁਲ, ਟੈਕਸ ਆਪਣੇ ਸਟੇਟ ਗਵਰਨਮੈਂਟ ਨੂੰ ਵੀ ਛੱਡਣੇ ਚਾਹੀਦੇ ਨੇ। ਤਾਂ ਧੰਨਵਾਦ ਤਮਾਮ ਮਹਿਮਾਨਾਂ ਦਾ ਜਿੰਨੇ ਵੀ ਸਾਡੇ ਨਾਲ ਜੁੜੇ ਨੇ। ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧਦੀਆਂ ਬੇਲਗਾਮ ਹੁੰਦੀਆਂ ਕੀਮਤਾਂ ਦੇ ਉੱਤੇ ਗੱਲਬਾਤ ਕੀਤੀ ਹੈ। ਪੈਨਲ ਦਾ ਪੂਰੇ ਦਾ ਧੰਨਵਾਦ। ਸਾਡੇ ਨਾਲ ਦਿਆਲ ਸਿੰਘ ਸੋਢੀ ਜੁੜੇ ਸੀ,
ਭਾਜਪਾ ਦੇ ਵੱਲੋਂ ਸਾਡੇ ਨਾਲ ਵਿਦੇਸ਼ ਜਿੰਦਲ ਸੀਗੇ, ਇੰਡਸਟਰੀਅਲਿਸਟ ਜੁੜੇ ਸੀਗੇ, ਵਪਾਰੀਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਉੱਤੇ ਗੱਲਬਾਤ ਕੀਤੀ ਹੈ ਕਿ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਨੇ ਤਾਂ ਵਪਾਰ ਕਿਸ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਤੇ ਸਾਡੇ ਨਾਲ ਭਾਰਤੀ ਜੀ ਵਿਨੋਦ ਭਾਰਤੀ ਜੁੜੇ ਸੀ ਕਾਂਗਰਸ ਦੇ ਵੱਲੋਂ, ਕਾਂਗਰਸ ਦੇ ਵੱਲੋਂ ਉਹਨਾਂ ਨੇ ਆਪਣਾ ਪੱਖ ਰੱਖਿਆ। ਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਲਗਾਤਾਰ ਵਧਣਾ ਲੋਕਾਂ ਦੇ ਲਈ ਬਿਲਕੁਲ ਅਸਹਿਬ ਹੈ, ਔਰ ਲਗਾਤਾਰ ਜਿਸ ਤਰ੍ਹਾਂ ਕੀਮਤਾਂ ਵਧ ਰਹੀਆਂ ਨੇ ਤਾਂ ਲੋਕਾਂ ਦੇ ਵਿੱਚ ਗੁੱਸਾ ਵੀ ਬਹੁਤ ਹੈ, ਪ੍ਰਦਰਸ਼ਨ ਹੋ ਰਹੇ ਨੇ। ਤਾਂ ਸਵਾਲ ਵੱਡਾ ਇਹੀ ਹੈ ਕਿ ਸਰਕਾਰਾਂ ਕਦੋਂ ਇਸ ਪਾਸੇ ਧਿਆਨ ਦੇਣਗੀਆਂ, ਕਿਉਂਕਿ ਇਹ ਸਿੱਧੇ ਤੌਰ ਤੇ ਮੁੱਦਾ ਜਿਹੜਾ ਇਹ ਆਮ ਵਰਗ ਦੇ ਨਾਲ ਜੁੜਿਆ ਹੋਇਆ। ਉਸ ਉਮੀਦ ਕਰਦੇ ਤੁਹਾਨੂੰ ਸਾਡੀ ਇਹ ਪੇਸ਼ਕਸ਼ ਜ਼ਰੂਰ ਪਸੰਦ ਆਈ ਹੋਵੇਗੀ। ਬਣੇ ਰਹੋ ਸਾਡੇ ਨਾਲ। ਧੰਨਵਾਦ।